ਦਿਉਣ ਪਿੰਡ ਬਠਿੰਡੇ ਦੇ ਬਿਲਕੁਲ ਨਾਲ ਆ, ਮੁਕਤਸਰ ਰੋਡ ਤੇ। MLA ਜਗਰੂਪ ਬਰਾੜ, ਉਹਨਾਂ ਦੇ ਭਰਾ ਜਸਵੰਤ ਬਰਾੜ ਹੋਰਾਂ ਦਾ ਇਹ ਪਿੰਡ ਦਿਉਣ ਵੱਡਾ ਪਿੰਡ ਹੈ ਕਾਫੀ, ਤੇ ਖੇਤੀ ਕਰਦੇ ਨੇ ਲੋਕ ਜ਼ਿਆਦਾਤਰ, ਟਿੱਬਿਆਂ ਤੇ ਵਸਿਆ ਹੋਇਆ। ਨਾਲ ਟਿੱਬੀ ਆ ਬਠਿੰਡੇ 'ਚ, ਹੁਣ ਤਾਂ ਚੱਕੀ ਗਏ। ਬੜਾ ਵਧੀਆ ਬਠਿੰਡੇ ਕਾਲਜ ਬਣਿਆ ਹੋਇਆ, ਜਿਹੜਾ ਮੇਰੀ ਕਰਮ ਭੂਮੀ ਰਿਹਾ, ਤੇ ਮੈਨੂੰ ਉਸ ਪਿੰਡ 'ਚ ਵਿਚਰਨ ਦਾ ਵੀ ਮੌਕਾ ਮਿਲਿਆ ਅਲਬੇਲ ਬਰਾੜ ਹੋਰਾਂ ਨਾਲ। ਭਾਵੇਂ ਸਾਡੀ ਸਿੱਧੀ ਮੁਲਾਕਾਤ ਤਾਂ ਨਹੀਂ ਅਜੇ ਤੱਕ ਹੋ ਸਕੀ, ਤੇ ਗੀਤਾਂ ਨਾਲ ਹੀ ਉਹਨਾਂ ਨੂੰ ਜਾਣਿਆ, ਫੋਨ ਤੇ ਗੱਲਬਾਤ ਅਕਸਰ ਹੁੰਦੀ ਰਹੀ। ਅੱਜ ਬਰਾੜ ਸਾਹਿਬ ਸਾਡੇ ਨਾਲ ਗੱਲਬਾਤ ਸ਼ਾਮਲ ਰਹਿਣਗੇ, ਉਹਨਾਂ ਨਾਲ ਗੀਤਕਾਰੀ ਬਾਰੇ, ਗਾਇਕੀ ਬਾਰੇ, ਵਰਤਮਾਨ ਸਮਿਆਂ ਦੀ ਵਿੱਚ ਹੋਈਆਂ ਤਬਦੀਲੀਆਂ ਬਾਰੇ ਗੱਲਬਾਤ ਕਰਾਂਗੇ। ਬਰਾੜ ਸਾਹਿਬ, ਸਵਾਗਤ ਤੁਹਾਡਾ, ਜੀ ਆਇਆਂ ਨੂੰ ਜੀ। ਹਾਂ ਗੁਰਬਾਜ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ। ਔਰ ਇਸ ਰੇਡੀਓ ਨੂੰ ਸੁਣ ਰਹੇ ਸਾਰੇ ਕੈਨੇਡਾ ਵਾਸੀ, ਦੇਸ਼ ਵਿਦੇਸ਼ ਦੇ ਜਿੰਨੇ ਵੀ ਲੋਕ ਨੇ, ਸਭ ਨੂੰ ਮੇਰੀ ਅਲਬੇਲ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਬਰਾੜ ਸਾਹਿਬ, ਪਹਿਲਾ ਸਵਾਲ ਇਹੀ ਹੁੰਦਾ ਕਿ ਲਿਖਣ ਦੀ ਚੇਟਕ ਕਿੱਥੋਂ ਲੱਗੀ, ਜਾਂ ਘਰ 'ਚ ਕਿਸ ਤਰ੍ਹਾਂ ਦਾ ਮਾਹੌਲ ਸੀ, ਤੇ ਕਿਵੇਂ ਇਸ ਪਾਸੇ ਤੁਹਾਡਾ ਧਿਆਨ ਗਿਆ ਜੀ? ਕਲਮ ਕਦੋਂ ਚੁੱਕੀ ਤੁਸੀਂ? ਗੁਰਬਾਜ ਜੀ, ਪੜ੍ਹਦੇ ਸਮੇਂ ਮਤਲਬ ਕਹਿੰਦੇ ਹੁੰਦੇ ਨੇ, ਜੋ ਵੀ ਕਲਾ ਕਿਸੇ ਇਨਸਾਨ 'ਚ ਹੁੰਦੀ ਹੈ ਉਹ ਬਚਪਨ ਤੋਂ ਹੀ ਝਲਕਣ ਲੱਗ ਜਾਂਦੀ ਹੈ, ਪਰ ਉਸਦਾ ਕਹਿੰਦੇ ਹੁੰਦੇ ਆ ਕੋਈ ਪਾਰਖੂ ਉਸ ਨੂੰ ਸਮਝੇ ਤਾਂ ਉਹ ਜਗ ਜ਼ਾਹਰ ਹੁੰਦੀ ਹੈ। ਬਚਪਨ ਤੋਂ ਹੀ ਮੈਨੂੰ ਕੁਛ ਗੁਣਗੁਣਾਉਣ ਦਾ, ਕੁਛ ਲਿਖਣ ਦਾ ਮਤਲਬ ਸ਼ੌਕ ਰਿਹਾ। ਪੜ੍ਹਦੇ ਸਮੇਂ ਤਾਂ ਮੈਂ ਕੁਛ ਰੇਡੀਓ ਤੇ ਸੁਣਨਾ, ਸਭਾਵਾਂ ਹੋਣੀਆਂ ਸ਼ਨੀਵਾਰ ਦੀਆਂ, ਸੁਣਾਉਣਾ ਉੱਤੇ। ਤਾਂ ਇਸ ਤਰ੍ਹਾਂ ਮੇਰਾ ਜਿਹੜਾ ਬਾਲਪਨ, ਜਿਹੜਾ ਮੈਂ ਗੀਤਕਾਰ ਸੀ, ਇਸ ਤਰ੍ਹਾਂ ਵਿਚਰਦਾ ਰਿਹਾ। ਉਸ ਤੋਂ ਬਾਅਦ ਜਦੋਂ ਸ਼੍ਰੀ ਕੁਲਦੀਪ ਮਾਣਕ ਜੀ ਨੂੰ ਮੈਂ ਸੁਣਿਆ, ਤੇ ਉਹਨਾਂ ਦੇ ਮੁਤਾਬਕ ਹੀ ਮੇਰੀ ਕਲਮ ਗੀਤ ਲਿਖਣ ਲੱਗੀ, ਤਾਂ ਫਿਰ ਹੀ ਮੈਂ ਗੀਤਕਾਰ ਬਣਿਆ। ਔਰ ਜੇ ਮੈਂ ਘਰ ਦੇ ਮਾਹੌਲ ਦੀ ਗੱਲ ਕਰਾਂ, ਮੇਰਾ ਘਰ ਦਾ ਜਿਹੜਾ ਮਾਹੌਲ ਸੀ ਬਿਲਕੁਲ ਧਾਰਮਿਕ। ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਸਾਡਾ ਘਰ, ਗੁਰਬਾਣੀ ਸੁਣਨੀ ਸੁਬਾਹ ਸ਼ਾਮ, ਗੁਰਦੁਆਰਾ ਸਾਹਿਬ ਜਾਣਾ, ਔਰ ਸੰਤਾਂ ਮਹਾਤਮਾ ਦਾ ਸੰਗ ਕਰਨ ਵਾਲਾ ਮੇਰਾ ਪਰਿਵਾਰ ਧਾਰਮਿਕ ਪ੍ਰਵਿਰਤੀ ਨਾਲ ਸ਼ੁਰੂ ਤੋਂ ਹੀ ਜੁੜਿਆ ਸੀ, ਜਿਸ ਦਾ ਮੇਰੇ ਤੇ ਕੁਛ ਹੱਦ ਤੱਕ ਕਾਫੀ ਅਸਰ ਵੀ ਹੈਗਾ। ਹਾਂਜੀ ਜੀ। ਤੇ ਬਰਾੜ ਸਾਹਿਬ, ਤੁਹਾਡੇ ਇਹ ਚੜ੍ਹਦੀ ਵਰੇਸ ਦੇ ਗੀਤ ਨੇ, ਪਰ ਇਹਨਾਂ 'ਚ ਪਰਪੱਕਤਾ ਦਿਸਦੀ ਹੈ, ਪ੍ਰੌੜ ਅਵਸਥਾ ਵਾਲੀ। ਇਹਦਾ ਕੀ ਅਰਥ ਲਿਆ ਜਾਵੇ ਜੀ? ਉਹ ਤਾਂ ਚੜ੍ਹਦੀ ਵਰੇਸ ਤਾਂ ਆਸ਼ਕੀ ਪਿਆਰ ਮੁਹੱਬਤ ਜਾਂ ਗੱਭਰੂ ਜਵਾਨ ਮੁੰਡੇ ਤੋਂ ਲੋਕ ਤੱਤ ਵਾਲੇ ਲਿਖਤੇ। ਗੁਰਬਾਜ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ, ਕੈਸੇ ਜੈਸੀ ਸੰਗਤ ਵੈਸੀ ਰੰਗਤ, ਜੈਸੀ ਊਠਤ ਵੈਸੀ ਬੈਠਤ। ਤਾਂ ਮੇਰਾ, ਚਾਹੇ ਮੈਂ ਬਚਪਨ 'ਚ ਸੀਗਾ, ਪਰ ਮੈਂ ਜ਼ਿਆਦਾ ਮੇਰਾ ਜਿਹੜਾ ਰਹਿਣੀ ਬਹਿਣੀ ਸੀ, ਮੈਨੂੰ ਬਜ਼ੁਰਗਾਂ ਦਾ ਆਦਰ ਕਰਨਾ, ਉਹਨਾਂ ਦੀ ਗੱਲਾਂ ਸੁਣਨੀਆਂ ਮੈਨੂੰ ਬਹੁਤ ਹੀ ਵਧੀਆ ਲੱਗਦੀਆਂ ਸੀ। ਇਸ ਕਰਕੇ ਉਹਨਾਂ ਦੀ ਮੈਂ ਸੰਗਤ ਕਰਦਾ ਸੀ। ਲੋਕ ਤੱਤ ਦਾ ਮਤਲਬ ਹੁੰਦਾ ਵੀ ਲੋਕਾਂ ਦੇ ਕੱਢੇ ਹੋਏ ਤੱਥ, ਅਰਕ ਸਿਆਣਿਆਂ ਦੀ ਗੱਲਾਂ। ਸਿਆਣਿਆਂ ਦੀ ਗੱਲਾਂ 'ਚੋਂ ਹੀ ਮਤਲਬ ਮੈਂ ਇਹ ਚੀਜ਼ਾਂ ਗ੍ਰਹਿਣ ਕੀਤੀਆਂ, ਜੋ ਕਿ ਮੇਰੇ ਜ਼ਿਹਨ 'ਚ ਵਸਦੀਆਂ ਰਹਿੰਦੀਆਂ ਬਚਪਨ 'ਚ ਹੀ। ਪਰ ਜਦੋਂ ਮੈਂ ਗੀਤਕਾਰ ਬਣਿਆ ਤਾਂ ਉਦੋਂ ਗੱਲਾਂ ਕਲਿੱਕ ਹੋਈਆਂ ਮੇਰੇ ਮਾਈਂਡ 'ਚ, ਤੇ ਫਿਰ ਮੈਂ ਲੋਕ ਤੱਥ ਲਿਖਣੇ ਸ਼ੁਰੂ ਕੀਤੇ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਮੈਂ ਜ਼ਿਆਦਾ ਲੋਕ ਤੱਥਾਂ ਤੋਂ ਹੀ ਮੇਰੀ ਗੀਤਕਾਰੀ ਸਟਾਰਟ ਹੋਈ। ਹਾਂਜੀ। ਆਵਾਜ਼ ਦੀ ਥੋੜੀ ਪ੍ਰੋਬਲਮ ਆ ਰਹੀ ਹੈ ਗੁਰਬਾਜ ਜੀ। ਕੁਲਦੀਪ ਮਾਣਕ ਨਾਲ ਤੁਹਾਡੀ ਕਦੋਂ ਹੋਈ? ਕੁਲਦੀਪ ਮਾਣਕ ਜੀ, ਮੈਂ ਆਮ ਪਿੰਡ 'ਚ ਜਦੋਂ ਰਹਿੰਦਾ ਹੁੰਦਾ ਸੀ ਤਾਂ ਕੁਲਦੀਪ ਮਾਣਕ ਜੀ ਬਾਰੇ ਸੁਣਿਆ ਸੀਗਾ, ਤਾਂ ਮੈਂ ਉਹਨਾਂ ਦਾ ਅਖਾੜਾ ਵੀ ਨਹੀਂ ਦੇਖਿਆ ਸੀ, ਸਿਰਫ ਗਾਣੇ ਵੀ ਹੁਣ ਜ਼ਰੂਰ ਸੁਣੇ ਸੀਗੇ। ਤਾਂ ਮੇਰੇ ਦਿਲ 'ਚ ਹੁੰਦਾ ਸੀ ਵੀ ਕਿਸ ਤਰ੍ਹਾਂ ਇਹ ਇਨਸਾਨ ਗਾਉਂਦਾ ਹੈ, ਕਿਸ ਤਰ੍ਹਾਂ ਇਹਨਾਂ ਦਾ ਕੋਈ ਸਿਸਟਮ ਹੈ, ਕਿਵੇਂ ਇਹਨਾਂ ਨੂੰ ਮਿਲਿਆ ਜਾ ਸਕਦਾ ਹੈ, ਇਹਨਾਂ ਦੀ ਦਿੱਖ ਕਿੱਦਾਂ ਦੀ, ਕਿਉਂਕਿ ਮੈਨੂੰ ਦੇਖਿਆ ਨਹੀਂ ਸੀ ਕਦੇ। ਉਸ ਟਾਈਮ ਕੀ ਹੁੰਦਾ ਸੀ, HMV ਦੇ ਤਵਿਆਂ ਤੇ, ਸ਼ਾਇਦ ਤੁਸੀਂ ਵੀ ਜਾਣਦੇ ਹੋ, ਸਰੋਤੇ ਵੀ ਜਾਣਦੇ ਆ ਜੀ, ਕੁੱਤੇ ਦੀ ਫੋਟੋ ਲੱਗੀ ਹੁੰਦੀ ਸੀ HMV ਮਾਸਟਰ ਮੋਬਾਈਲ ਤੇ ਮੈਂ ਮਾਣਕ ਸਾਹਿਬ ਦਾ ਮਤਲਬ ਚਹਿਨ ਚੱਕਰ, ਜੋ ਉਹਨਾਂ ਦੀ ਮਤਲਬ ਸੂਰਤ ਹੈ, ਉਹ ਵੀ ਨਹੀਂ ਤੱਕੀ ਸੀ ਅਜੇ ਤੱਕ। ਤਾਂ ਮੇਰੇ ਦਿਲ 'ਚ ਤਰ੍ਹਾਂ ਤਰ੍ਹਾਂ ਦੇ ਪ੍ਰਤੀਬਿੰਬ ਬਣਦੇ ਵੀ ਸ਼ਾਇਦ ਕੋਈ ਬੰਦਾ ਕੋਈ ਉੱਚੇ ਕੱਦ ਕਾਠ ਵਾਲਾ ਹੋਣਾ, ਕੋਈ ਏਦਾਂ ਦਾ ਹੋਣਾ ਜੋ ਇੰਨਾ ਉੱਚਾ ਗਾਉਂਦਾ। ਪਰ ਮੇਰੇ ਅੰਦਰ ਇਹ ਭਾਵਨਾ ਸੀ, ਮੈਂ ਸ਼੍ਰੀ ਕੁਲਦੀਪ ਮਾਣਕ ਜੀ ਨੂੰ ਸਿੱਧਾ ਹੀ ਖੁਦ ਲੁਧਿਆਣਾ ਵਿਖੇ ਜਾ ਕੇ ਉਹਨਾਂ ਨੂੰ ਮਿਲਿਆ,
ਔਰ ਉਹਨਾਂ ਨੇ ਮੇਰੇ ਗੀਤ ਜੋ ਦੇਖੇ ਤਾਂ ਉਹਨਾਂ ਨੇ ਮੈਨੂੰ ਬਹੁਤ ਲਾਈਕ ਕੀਤਾ। ਉਹਨੂੰ ਪਤਾ ਲੱਗਿਆ ਵੀ ਸ਼ਾਇਦ ਇਹ ਰਾਈਟਰ ਵਿੱਚ ਕੁਛ ਨਾ ਕੁਛ ਇਨ ਫਿਊਚਰ ਵੀ ਹੋ ਸਕਦਾ। ਪਰ 2 ਗੀਤ ਲੈ ਕੇ ਜਦੋਂ ਉਹਨਾਂ ਨੂੰ ਮੈਂ ਮਿਲਿਆ, ਉਹਨਾਂ ਨੇ ਮੈਨੂੰ ਪ੍ਰਵਾਨ ਕੀਤਾ। ਇਸ ਤਰ੍ਹਾਂ ਮੇਰੀ ਸ਼੍ਰੀ ਕੁਲਦੀਪ ਮਾਣਕ ਜੀ ਨਾਲ ਪਹਿਲੀ ਮਿਲਣੀ ਹੋਈ। ਤੁਹਾਡਾ ਪਹਿਲਾ ਗੀਤ ਮਾਣਕ ਨੇ ਕਿਹੜਾ ਗਾਇਆ ਜੀ? ਮੇਰਾ ਗੀਤ ਸੀ ਜੀ ਸੁੱਚਾ ਸੂਰਮਾ ਦੀ ਲੋਕ ਗਾਥਾ। ਅੱਖਾਂ ਮੂਹਰੇ ਦੀਂਦਾ ਰਹਿੰਦਾ ਹੈ ਰੜਕਦਾ ਛੱਡੀਏ ਨਾ ਵੇਰੀ ਨੂੰ। ਜੋ ਸੀਗਾ ਵੀ 11 ਖੂਨ ਕੀਤੇ, ਹਾਂਜੀ ਹਾਂਜੀ, 11 ਖੂਨ ਕੀਤੇ ਸੁੱਚਾ ਫਾਹੇ ਲੱਗ ਗਿਆ, 32 ਤਰੀਕ ਸਾਰੇ ਢੋਲ ਵੱਜ ਗਿਆ, ਫਾਂਸੀ ਦੇਣ ਲੱਗੇ ਸੁੱਚਾ ਹੈ ਪੁਕਾਰਦਾ, ਆਖਰੀ ਸੁਨੇਹਾ ਲੋਕੋ ਜਾਂਦੀ ਵਾਰ ਦਾ, ਅਜੇ ਕੋਈ ਦਰਾ ਮੂਹਰੇ ਝੋਲੀ ਅੱਡ ਕੀਤਾ ਮੋੜੀਏ ਨਾ ਖੈਰੀ ਨੂੰ, ਅੱਖਾਂ ਮੂਹਰੇ ਦੀਂਦਾ ਰਹਿੰਦਾ ਹੈ ਰੜਕਦਾ ਛੱਡੀਏ ਨਾ ਵੇਰੀ ਨੂੰ। ਇਹ ਮੇਰਾ ਡਾਕਟਰ ਸਾਹਿਬ ਤੁਹਾਡੀ ਇਸ ਗੀਤ ਨਾਲ ਇੱਕ ਯਾਦ ਜੁੜੀ ਹੋਈ ਹੈ, ਮੈਂ ਚਾਹਣਾ ਉਹਦਾ ਵੀ ਤੁਸੀਂ ਜ਼ਿਕਰ ਕਰ ਹੀ ਜਾਓ। ਲੱਗਦੇ ਹੱਥ ਹੁਣ ਮਾਣਕ ਨਾਲ ਤੁਸੀਂ ਖਾੜਿਆਂ ਤੇ ਆਉਂਦੇ ਜਾਂਦੇ ਰਹੇ ਹੋ ਜੀ। ਚਲੋ ਮੈਂ ਫਿਰ ਤੋਂ ਸਰੋਤਿਆਂ ਨੂੰ ਮਤਲਬ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁਰਬਾਜ ਜੀ, ਜੋ ਇਹ ਗੀਤ ਆ ਨਾ ਅਸਲ ਇਹ ਅਣਖ ਤੇ ਲਿਖਿਆ ਗਿਆ। ਜਿਸ ਤਰ੍ਹਾਂ ਹੁਣ ਅੱਜ ਗੀਤ ਚੱਲਦੇ ਆ ਉਹਦਾ ਅਲੱਗ ਵਿਸ਼ਾ ਹੈ, ਪਰ ਇੱਕ ਸੁੱਚੇ ਸੂਰਮੇ ਦਾ ਇਹ ਸੀ ਵੀ ਜੋ ਅਧਰਮੀ ਲੋਕ ਨੇ ਉਹ ਇੱਕ ਤਰ੍ਹਾਂ ਦੇ ਸਮਾਜ ਦੇ ਵੈਰੀ ਨੇ, ਉਹਨਾਂ ਦਾ ਖਾਤਮਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਕਰਕੇ ਮੈਂ ਗੀਤ ਲਿਖਿਆ ਸੀ। ਤਾਂ ਅਸੀਂ ਇੱਕ ਵਾਰ ਮੈਂ ਤੇ ਸ਼੍ਰੀ ਕੁਲਦੀਪ ਮਾਣਕ ਜੀ ਕਿਸੇ ਅਖਾੜੇ 'ਚ ਗਏ, ਮੰਦਭਾਗੀ ਘਟਨਾ ਉੱਥੇ ਕਿਸੇ ਬੰਦੇ ਨੇ ਗੀਤ ਨਵਾਂ ਰਿਲੀਜ਼ ਹੋਇਆ ਸੀਗਾ ਤਾਂ ਉਹ ਬੰਦਾ ਕਾਫੀ ਵਾਰ ਮਾਣਕ ਸਾਹਿਬ ਤੋਂ ਗੀਤ ਸੁਣ ਚੁੱਕਿਆ ਸੀ 3 ਵਾਰ। ਉਹ ਬੰਦਾ ਡਰਿੰਕ ਵੀ ਕਰ ਰਿਹਾ ਸੀ ਔਰ ਇਸਨੇ ਅੱਖਾਂ ਮੂਹਰੇ ਦੀਂਦਾ ਰਹਿੰਦਾ ਹੈ ਰੜਕਦਾ ਛੱਡੀਏ ਨਾ ਵੈਲੂ, ਇਸ ਗੱਲ ਨੂੰ ਕਲਿੱਕ ਕਰ ਗਈ ਉਹਦੇ ਮਾਈਂਡ 'ਚ। ਤੇ ਕੋਈ ਉਹਨਾਂ ਦੀ ਪੁਰਾਣੀ ਦੁਸ਼ਮਣੀ ਸੀ ਤਾਂ ਉਹਨੇ 2 ਬੰਦੇ ਜੀ ਮਤਲਬ ਅਖਾੜੇ 'ਚ ਗੋਲੀ ਮਾਰਤੀ ਉਹਨੇ। ਅੱਛਾ। ਤਾਂ ਮੈਨੂੰ ਬੜਾ ਇਸ ਚੀਜ਼ ਦਾ ਅਚਰਜ ਹੋਇਆ। ਅਖਾੜਾ ਵੀ ਮਾਣਕ ਸਾਹਿਬ ਦਾ ਬੰਦ ਹੋ ਗਿਆ ਤਾਂ ਮੈਨੂੰ ਵੀ ਸ਼ਾਇਦ ਕਿਤੇ ਲੱਗਿਆ ਵੀ ਮੈਂ ਤਾਂ ਨਹੀਂ ਸ਼ਾਇਦ ਕਿਤੇ ਗੀਤ ਗਲਤ ਲਿਖਤਾ। ਪਰ ਮੈਂ ਮਾਣਕ ਸਾਹਿਬ ਨੂੰ ਡਿਸਕਸ ਕੀਤਾ, ਹੋਰ ਵੀ ਬੁੱਧੀਜੀਵੀ ਲੋਕਾਂ ਨੇ, ਉਹ ਕਹਿੰਦੇ ਤੁਸੀਂ ਤਾਂ ਲੋਕ ਗਾਥਾ ਨੂੰ ਰਿਪੀਟ ਕੀਤਾ ਹੋਇਆ। ਆਪਾਂ ਜਿਵੇਂ ਕਿਸੇ ਬੰਦੇ ਕਰੈਕਟਰ ਬਾਰੇ ਦੱਸਿਆ ਵੀ ਕਿੱਦਾਂ ਦੀ ਉਹਦੀ ਸੋਚ ਸੀ, ਏਦਾਂ ਦੀ ਇੱਕ ਸਾਡੇ ਨਾਲ ਇਹ ਮਤਲਬ ਉਸ ਟਾਈਮ ਹੈਪਨਿੰਗ ਹੋਈ। ਪਰ ਮੈਂ ਇਨ ਫਿਊਚਰ ਮੈਂ ਜ਼ਰੂਰ ਤੌਬਾ ਕਰ ਲਈ ਸੀ, ਮੈਂ ਏਦਾਂ ਦਾ ਗੀਤ ਨਹੀਂ ਲਿਖਾਂਗਾ। ਪਰ ਜੋ ਇਹ ਮੇਰਾ ਗੀਤ ਸੀਗਾ, ਇਹ ਮੇਰਾ ਗੀਤ ਇੱਕ ਲੋਕ ਗਾਥਾ ਸੀ, ਸੂਰਮੇ ਦੀ ਲੋਕ ਉਹਨੇ ਸਿਰਫ ਜਿਹੜੇ ਉਹੀ ਚੱਕ ਲਏ ਵੀ ਅੱਖਾਂ ਮੂਹਰੇ ਰਹਿੰਦਾ ਦੀਂਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ, ਦੀਂਦਾ ਰਹਿੰਦਾ ਹੈ ਰੜਕਦਾ ਛੱਡੀਏ ਨਾ ਵੈਰੀ। ਕਿੰਨਾ ਦੇਖੋ ਅਸਰ ਜੀ। ਗੁਰਬਾਜ ਜੀ ਮੈਂ ਹੋਰ ਗੱਲ ਇੱਥੇ ਕਰਾਂ, ਇਹ ਸ਼੍ਰੀ ਕੁਲਦੀਪ ਮਾਣਕ ਦਾ ਟਾਈਟਲ ਸੌਂਗ ਤਵੇ 'ਚ ਰਿਕਾਰਡ ਹੋਇਆ ਸੀ, ਕੈਸਟ ਵੀ ਆਈ ਸੀ ਉਸ ਟਾਈਮ, ਯੁੱਗ ਸ਼ੁਰੂ ਹੋ ਗਿਆ ਸੀ ਕੈਸਟ ਦਾ। ਇੱਕ ਤਰ੍ਹਾਂ ਦਾ ਕਹੀਏ ਤਾਂ ਲਾਸਟ ਤਵੇ ਚੱਲ ਰਹੇ ਉਸ ਟਾਈਮ ਤੇ ਇਹਦਾ ARC ਕੰਪਨੀ ਦਾ ਟਾਈਟਲ ਸੌਂਗ ਸੀ। ਇਸ ਦੇਵ ਸਾਹਿਬ ਦੇ ਵੀ ਕਮ ਸੇ ਕਮ 9 ਗੀਤ ਸੀਗੇ, ਇੱਕ ਮੇਰਾ ਸੀਗਾ ਟਾਈਟਲ ਸੌਂਗ ਮੇਰਾ ਗੀਤ ਜੀ। ਹਾਂਜੀ ਬਿਲਕੁਲ। ਅੱਛਾ, ਮਾਣਕ ਨੂੰ ਕਹਿੰਦੇ ਲੋਕ ਵੀ ਸੁਭਾਅ ਦਾ ਬੜਾ ਕੱਬਾ ਸੀ, ਉਹਦੀ ਕਿਸੇ ਨਾਲ ਬਣਦੀ ਨਹੀਂ ਸੀ। ਤੁਸੀਂ ਤਾਂ ਉਹਨੂੰ ਨੇੜੋਂ ਦੇਖਿਆ ਤੇ ਤੁਹਾਡਾ ਯਾਰਾਨਾ ਰਿਹਾ। ਕਿਵੇਂ ਸੀ ਉਹ? ਅਖਰੋਟ ਵਰਗਾ ਸਖਤ ਸੀ, ਅੰਦਰੋਂ ਨਰਮ ਤੇ ਬੋਲਾ ਸੀ, ਕਿਸ ਤਰ੍ਹਾਂ ਦਾ ਸੁਭਾਅ ਸੀ? ਗੁਰਬਾਜ ਜੀ, ਕੁਛ ਲੋਕ ਸਾਡੇ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਿ ਪੰਜਾਬੀ 'ਚ ਕਹਿੰਦੇ ਢਿੱਡ ਦੇ ਸੱਚੇ ਹੁੰਦੇ ਆ ਤੇ ਜ਼ਬਾਨ ਦੇ ਉਹ ਤੱਤੇ ਹੁੰਦੀ ਆ। ਆਪਾਂ ਪੰਜਾਬੀ ਠੇਠ ਗੱਲ ਕਰੀਏ, ਕਹਿੰਦੇ ਜੋ ਬੰਦਾ ਅੰਦਰ ਦਾ ਸਹੀ ਹੈ ਉਹ ਥੋੜਾ ਜ਼ਬਾਨ ਦਾ ਕਈ ਵਾਰੀ ਖੜਵਾ ਵੀ ਹੁੰਦਾ ਹੈ। ਮਾਣਕ ਸਾਹਿਬ ਇਸ ਪ੍ਰਵਿਰਤੀ ਦੇ ਮਾਲਕ ਸਨ, ਪਰ ਮੈਂ ਇਸੇ ਦਾਅਵੇ ਨਾਲ ਗੱਲ ਕਹਿਣਾ, ਠੀਕ ਹੈ, ਅਖਾੜੇ 'ਚ ਕਈ ਵਾਰੀ ਮੈਂ ਦੇਖਿਆ ਲੋਕਾਂ ਨਾਲ ਮਾੜਾ ਮੋਟਾ ਏਦਾਂ ਹੋ ਵੀ ਜਾਂਦਾ ਸੀ, ਜਿਸ ਤਰ੍ਹਾਂ ਕਿਸੇ ਬੰਦੇ ਨੇ ਬੈਠਣਾ ਹੀ ਨਾ ਜਾਂ ਰੌਲਾ ਹੀ ਪੈ ਜਾਣਾ ਜਾਂ ਦਾਰੂ ਪੀ ਕੇ ਉਹਨੇ ਮਤਲਬ ਪ੍ਰੋਗਰਾਮ ਖਰਾਬ ਕਰਨਾ। ਉੱਥੇ ਮਾਣਕ ਸਾਹਿਬ ਥੋੜਾ ਉਹਨੂੰ ਤੱਤੇ ਸੁਭਾਅ 'ਚ ਮਤਲਬ ਆਪਣੇ ਅੰਦਾਜ਼ 'ਚ ਕਹਿ ਦਿੰਦੇ ਸੀ। ਇਸ ਤਰ੍ਹਾਂ ਦਾ ਕਹਿਣਾ ਮਤਲਬ ਕੀ ਹੁੰਦਾ ਸੀ ਵੀ ਜਿਹੜੀ ਮੁਫਤੀ ਸ਼ਰਾਬ ਚੜ੍ਹਦੀ ਵੀ ਛੇਤੀ ਹੈ ਤੇ ਫਿਰ ਲੋਕ ਲਾਹ ਵੀ ਛੇਤੀ ਦਿੰਦੇ, ਏਦਾਂ ਮਤਲਬ ਲੋਕ ਇਹ ਤੱਤਾ ਬੋਲਦੇ। ਪਰ ਮਾਣਕ ਸਾਹਿਬ ਨੂੰ ਜਿੱਥੋਂ ਤੱਕ ਮੈਂ ਨਜ਼ਰੀਆ ਦੇਖਿਆ ਜੇ ਫਰੈਂਡਲੀ, ਮੇਰਾ ਬਹੁਤ ਵਧੀਆ ਪਰਿਵਾਰਕ ਰਿਲੇਸ਼ਨ ਰਹੇ ਨੇ ਉਹਨਾਂ ਦੇ। ਮੇਰੇ ਘਰ ਆਉਣਾ ਜਾਣਾ, ਮੇਰਾ ਉਹਨਾਂ ਦੇ ਘਰ ਆਉਣਾ ਜਾਣਾ, ਦੁੱਖ ਸੁੱਖ 'ਚ ਸ਼ਰੀਕ ਹੋਣਾ ਗੁਰਬਾਜ ਜੀ ਅਸੀਂ। ਪਰ ਉਹ ਜੇ ਜਿੱਥੇ ਕਲਾਕਾਰ ਵਧੀਆ ਸੀ, ਜੇ ਇਨਸਾਨ ਵੀ ਵਧੀਆ ਸੀ। ਪਰ ਉਹ ਗੱਲ ਕਰਦੇ ਸੀ ਤੂੰ ਤੜਾਕ, ਕਦੇ ਉਹ ਇਹ ਨਹੀਂ ਸੋਚਦੇ ਜਿਹੜਾ ਹਸ਼ਰ ਕੀ ਹੋਊਗਾ ਗੱਲ ਕਹੀ ਦਾ, ਉਹ ਗੱਲ ਕਹਿ ਦਿੰਦੇ ਸੀ ਜੋ ਸਾਡੇ ਕਈ ਸਮਾਜਿਕ ਲੋਕਾਂ ਨੂੰ ਲੱਗਦਾ ਸੀ ਵੀ ਮਾਣਕ ਸਾਹਿਬ ਮਤਲਬ ਤੋਂ ਤੱਤੇ ਸੁਭਾਅ ਦੇ ਆ ਪ੍ਰਵਿਰਤੀ ਸੀ ਉਹਨਾਂ ਦੀ, ਤੇ ਬਹੁਤ ਅੱਛੇ ਇਨਸਾਨ ਸਨ ਜੀ। ਬਿਲਕੁਲ। ਤੁਹਾਡੇ ਗੀਤ ਹੋਰ ਵੀ ਬਹੁਤ ਹਿੱਟ ਹੋਏ ਨੇ, ਮੇਰੇ ਧਿਆਨ 'ਚ ਰਹੇ ਨੇ, ਅਸੀਂ ਸੁਣਦੇ ਰਹਿੰਦੇ ਹਾਂ। ਇੱਕ ਤੌਰ ਤੇ ਨਖਰੇ ਬਾਰੇ ਗੱਲ ਕੀਤੀ ਤੁਸੀਂ, ਬੜੀ ਉਹ ਕਮਾਲ ਦਾ ਗੀਤ ਹੈ। ਤੇ ਇੱਕ ਹੋਰ ਦੋਨਾਂ ਗੀਤਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਜਿਹਦੇ 'ਚ ਮਾਣਕ ਨੇ ਕਹਿ ਕੇ ਤੁਹਾਡੇ ਤੋਂ ਲਿਖਾਇਆ
ਕੋਈ ਨਖਰਾ ਦਿਖਾ ਰਹੀ ਸੀ ਔਰਤ ਕਲਾਕਾਰ ਸਟੇਜ ਤੇ, ਦੋਨਾਂ ਗੀਤਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਦੱਸੋ ਜੀ। ਇੱਕ ਮੈਂ ਛੋਟੀ ਜਿਹੀ ਗੱਲ ਤੋਂ ਐਡ ਕਰਾਂ ਤਾਂ ਕਿ ਸਰੋਤਿਆਂ ਨੂੰ ਹੋਰ ਵਧੀਆ ਲੱਗੇਗਾ। ਆਮ ਲੋਕ ਮੈਨੂੰ ਸਵਾਲ ਕਰਦੇ ਨੇ ਕਿ ਤੁਸੀਂ ਕੋਈ ਲਿਟਰੇਚਰ ਪੜ੍ਹਦੇ ਹੋ ਜਾਂ ਕੁਛ ਹੋਰ ਕਰਦੇ ਹੋ, ਉੱਥੋਂ ਤੁਹਾਨੂੰ ਵਰਡਿੰਗ ਮਿਲਦੀ ਹੈ, ਉੱਥੋਂ ਤੁਹਾਨੂੰ ਸ਼ਬਦ ਕੋਸ਼ ਮਿਲਦਾ ਹੈ। ਤੇ ਕੱਲ ਵੀ ਮੇਰਾ ਇੱਕ ਦੋਸਤ ਮੇਰੇ ਨਾਲ ਗੱਲ ਕਰ ਰਿਹਾ ਸੀ, ਮੈਂ ਆਮ ਗੱਲ ਕੀਤੀ, ਮੇਰੇ ਕੋਲ ਤਾਂ ਪੜ੍ਹਨ ਦਾ ਟਾਈਮ ਹੀ ਨਹੀਂ ਹੁੰਦਾ, ਮੇਰੇ ਤਾਂ ਉੱਪਰੋਂ ਜੋ ਉਤਰਦਾ ਮੈਂ ਉਹ ਲਿਖਦਾ, ਜਾਂ ਮੈਂ ਸਮਾਜ 'ਚ ਜੋ ਦੇਖਦਾ ਮੈਂ ਉਹ ਲਿਖਦਾ ਹੈ। ਹੁਣ ਜੇ ਮਾਨਕ ਸਾਹਿਬ ਦੀ ਗੱਲਾਂ ਤੇ ਆਪਾਂ ਆਈਏ ਤਾਂ ਮਾਨਕ ਸਾਹਿਬ ਨਾਲ ਮੇਰਾ ਕਾਫੀ ਜਰਾਨਾ ਰਿਹਾ, ਇਕੱਠਿਆਂ ਨੇ ਘੁੰਮਣਾ, ਅਖਾੜਿਆਂ ਤੇ ਵੀ ਜਾਣਾ, ਰਿਕਾਰਡਿੰਗਾਂ ਤੇ ਵੀ ਜਾਣਾ, ਉਦਾਂ ਵੀ ਦੁੱਖ ਸੁੱਖ 'ਚ ਵੀ ਅਸੀਂ ਮਿਲਣਾ। ਤੇ ਕਦੇ ਅਸੀਂ ਇਕੱਲਿਆਂ ਨੇ ਬਹਿ ਕੇ ਮਾਨਕ ਸਾਹਿਬ ਨੇ ਕਹਿਣਾ ਲਬੇਲ ਆ ਜਾ ਯਾਰ, ਆਪਾਂ ਬਹਿ ਕੇ ਕੁਛ ਗੱਲਾਂ ਕਰਾਂਗੇ, ਅਸੀਂ ਗੀਤਾਂ ਦੀ ਗੱਲਾਂ ਕਰਨੀਆਂ ਇਨ ਫਿਊਚਰ ਲਿਖਣ ਵਾਲਿਆਂ ਦੀਆਂ। ਤਾਂ ਜਿਹੜੀ ਇਹ ਗੱਲ ਸੀ, ਇੱਕ ਮੇਰਾ ਗੀਤ ਸੀਗਾ ਨਖਰੇ ਬਿਨ ਸੋਹਣੀ ਤੀ ਭੋਰਾ ਵਿੱਚ ਜੱਚਦੀ ਨਾ। ਅਸੀਂ ਕਿਤੇ ਬੈਠੇ ਬਠਿੰਡੇ ਹੀ ਤੇ ਕੋਈ ਔਰਤ ਜਾ ਰਹੀ ਹੈ ਤੇ ਮਾਨਕ ਸਾਹਿਬ ਨੂੰ ਮੈਂ ਕਿਹਾ, ਮੈਂ ਕਿਹਾ ਦੇਖੋ ਜੀ ਆਪਣਾ ਮਾਨਕ ਸਾਹਿਬ, ਔਰਤ ਕਿੰਨੀ ਖੂਬਸੂਰਤ ਹੈ, ਪ੍ਰਮਾਤਮਾ ਦੀ ਇੱਕ ਕਲਾਕ੍ਰਿਤੀ ਹੈ, ਤੇ ਮੈਂ ਕਿਹਾ ਉਹਦਾ ਜੱਜ ਵੀ ਜਿੱਦਾਂ ਮਾਲਕ ਪ੍ਰਮਾਤਮਾ ਨੇ ਹੁਸਨ ਦਿੱਤਾ ਹੈ। ਤਾਂ ਮਾਨਕ ਸਾਹਿਬ ਮੈਨੂੰ ਕਹਿੰਦੇ ਅਲਬੇਲ ਗੱਲ ਇਹ ਹੈ ਵੀ ਇਹ ਚ ਨਾ ਨਖਰਾ ਨਹੀਂ ਹੈ, ਜੇ ਨਖਰਾ ਹੋਵੇ ਤਾਂ ਇੱਕ ਸਾਂਵਲੇ ਰੰਗ ਦੀ ਔਰਤ ਵੀ ਮਤਲਬ ਬਹੁਤ ਅੱਛੀ ਲੱਗਦੀ ਹੈ। ਤਾਂ ਮੈਨੂੰ ਕਹਿੰਦੇ ਫਿਰ ਗੀਤ ਲਿਖ ਲਾੜੇ, ਉਹ ਫਿਰ ਮੈਂ ਲਿਖਿਆ ਬੰਦੇ ਵਿੱਚ ਰੜਕ ਨਾ ਹੋਵੇ, ਤੀਵੀਂ ਵਿੱਚ ਮੜਕ ਨਾ ਹੋਵੇ, ਜੇ ਜੁੱਤੀ ਵਿੱਚ ਜਰਕ ਨਾ ਹੋਵੇ, ਰਾਹੀਆਂ ਨੂੰ ਦੱਸਦੀ ਨਾ ਨਖਰੇ ਬਣੇ ਸੋਹਣੀ ਤੀਵੀਂ ਭੋਰਾ ਵੀ ਜੱਚਦੀ ਨਾ। ਇਹ ਗੀਤ ਦੀ ਸਿਰਜਣਾ ਮਾਨਕ ਸਾਹਿਬ ਮੇਰੇ ਬੈਠਿਆਂ ਤੋਂ ਇਸ ਤਰ੍ਹਾਂ ਮੇਰੇ ਵੱਲੋਂ ਕੀਤੀ ਗਈ। ਹਾਂਜੀ। ਤੇ ਦੂਸਰਾ, ਜਦੋਂ ਕੋਈ ਕਲਾਕਾਰ ਨਖਰਾ ਦਿਖਾ ਰਹੀ ਤਾਂ ਫਿਰ ਵੀ ਤੁਹਾਨੂੰ ਕਿਹਾ ਮਾਨਕ ਲਈ ਵੀ ਗੀਤ ਲਿਖ, ਫਿਰ ਕਿਵੇਂ ਨਸੀਹਤ ਕੀਤੀ ਉਸ ਕਲਾਕਾਰ ਨੂੰ? ਹਾਂ, ਇੱਥੇ ਇੱਕ ਗੱਲ ਹੋਰ ਮੈਂ ਸਰੋਤਿਆਂ ਨਾਲ ਸਾਂਝੀ ਕਰਾਂ ਵੀ ਮੇਰੇ ਜ਼ਿਆਦਾ ਗੀਤ ਕੁਲਦੀਪ ਮਾਨਕ ਸਾਹਿਬ ਦੀ ਸੰਗਤ ਦੇ ਵਿੱਚੋਂ ਹੀ ਉਪਜਦੇ ਸਨ। ਜਿਸ ਤਰ੍ਹਾਂ ਕੋਈ ਬੋਲਦੇ ਸਨ, ਉਹਨਾਂ ਦਾ ਗੀਤ ਹੀ ਇੱਕ ਤਰ੍ਹਾਂ ਦਾ ਕਿਸੇ ਉਹਨਾਂ ਦੇ ਵਰਡਿੰਗ ਇੱਕ ਗੀਤ ਦਾ ਮੁਖੜਾ ਹੋਇਆ ਕਰਦਾ ਸੀ। ਤਾਂ ਇੱਕ ਕੋਈ ਸਾਡੀ ਲੇਡੀ ਆਰਟਿਸਟ ਸੀ ਮਾਨਕ ਸਾਹਿਬ ਦੀ, ਅਸੀਂ ਬੈਠੇ ਅਖਾੜੇ ਤੇ, ਤੇ ਮਾਨਕ ਸਾਹਿਬ ਕਹਿੰਦੇ ਵੀ ਦੇਖ ਯਾਰ ਇਹ ਕਿਵੇਂ ਨਖਰਾ ਜਿਹਾ ਕਰਦੀ ਹੈ, ਜੇ ਕਰਦੀ ਹੈ, ਬੜੇ ਆਪਣੇ ਆਪ ਚ ਰਹਿੰਦੀ ਹੈ, ਤੇ ਜਾਂ ਇਹਨੂੰ ਕਹਿ ਯਾਰ ਅਸੀਂ ਨੀ ਤੇਰੇ ਵੀ ਨਹੀਂ ਦੇਖਦੇ। ਤਾਂ ਮਾਨਕ ਸਾਹਿਬ ਨੇ ਗੱਲ ਕੀਤੀ। ਤਾਂ ਫਿਰ ਮੈਂ ਲਿਖਿਆ ਮਣਾ ਮੂਹੀ ਰੂਪ ਦਾ ਗਮਾਨ ਕਰਦੀ ਨੀ, ਤੈਨੂੰ ਤੱਕਣਾ ਵੀ ਨਹੀਂ, ਕਿੱਡੀ ਕਿਤੇ ਸੋਹਣੀ ਐਡਾ ਮਾਨ ਕਰਦੀ ਨੀ, ਤੈਨੂੰ ਤੱਕਣਾ ਨਹੀਂ, ਜਾਣੀ ਵਾਲੇ ਵੇਲੇ ਤਾਂ ਯਾਰ ਗੈਰ ਨਾਲ ਹੀ ਅਸੀਂ ਜਿਉਣ ਵਾਲੇ ਆ। ਤਾਂ ਇਹ ਗਾਣਾ ਉਸ ਟਾਈਮ ਸਿਰਜਿਆ ਗਿਆ ਜੀ ਕੁਲਦੀਪ ਮਾਨਕ ਜੀ ਦੀ ਵਰਡਿੰਗ ਤੋਂ ਹੀ। ਹਾਂਜੀ, ਬਿਲਕੁਲ। ਤੇ ਕੁਲਦੀਪ ਮਾਨਕ ਨਾਲ ਤੁਹਾਡੀਆਂ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ, ਤੇ ਮੈਂ ਸਾਡੇ ਸੁਣਨ ਵਾਲਿਆਂ ਨੂੰ ਵੀ ਮੌਕਾ ਦੇਣਾ ਚਾਹਾਂਗਾ, ਕੋਈ ਸਾਂਝ ਪਾਉਣਾ ਚਾਹੁੰਦੇ ਹੋਣ, ਅਲਬੇਲ ਸਿੰਘ ਬਰਾੜ ਹੋਰਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋਣ ਤਾਂ 148-250 ਤੇ ਸ਼ਾਮਲ ਕਰ ਸਕਦੇ ਹਾਂ ਅਸੀਂ ਤੁਹਾਨੂੰ ਨਾਲ ਦੀ ਨਾਲ। ਤੇ ਬਰਾੜ ਸਾਹਿਬ, ਉਸ ਤੋਂ ਬਾਅਦ ਵੀ 440 ਇੱਕ ਗੀਤ ਤੁਹਾਡਾ ਜਿਹੜਾ ਹਰੇਕ ਸਟੇਜ ਤੇ, ਗਾਹ ਦੀ ਸਟੇਜ ਤੇ ਪਿਛਲੇ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਵੱਜਦਾ ਆ ਰਿਹਾ, ਤੇ ਉਹ ਬਲਕਾਰ ਸਿੱਧੂ ਤਾਂ ਹੁਣ MLA ਵੀ ਬਣ ਗਏ ਨੇ। ਮੈਂ ਉਹਦਾ ਵੀ ਥੋੜਾ ਜਿਹਾ ਮੁਖੜਾ ਸਾਡੇ ਸੁਣਨ ਵਾਲਿਆਂ ਲਈ ਤੇ ਫਿਰ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਦੇ। ਠੀਕ ਹੈ। ਜੱਜਦਾ ਫਿਰੇ ਉਹ ਨਾਲੇ ਹੱਸਦਾ ਫਿਰੇ, ਹੱਸਦਾ ਫਿਰੇ ਉਹ ਨਾਲੇ ਜੱਜਦਾ 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 ਫਿਰੇ, ਉਹ ਮੁੰਡਾ ਆਪਣੇ ਆਪਣੀ ਵਿਆਹ ਦੇ ਵਿੱਚ ਨੱਚਦਾ ਫਿਰੇ, ਉਹ ਮੁੰਡਾ ਆਪਣੇ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ, ਉਹ ਮੁੰਡਾ ਆਪਣੇ ਆਪਣੀ ਵਿਆਹ ਦੇ ਵਿੱਚ ਨੱਚਦਾ ਫਿਰੇ, ਉਹ ਕਾਕਾ ਆਪਣੇ। ਹੋਣਾ ਹੁੰਦਾ ਇੱਕੋ ਜ਼ਿੰਦਗੀ 'ਚ ਵਿਆਹ ਬਈ, ਹੋਣਾ ਹੁੰਦਾ ਇੱਕੋ ਜ਼ਿੰਦਗੀ 'ਚ ਵਿਆਹ ਬਈ, ਇਸ ਦਿਨ ਦਾ ਨੀ ਕਿਹਨੂੰ ਹੁੰਦਾ ਚਾਅ ਬਈ, ਇਸ ਦਿਨ ਦਾ ਨੀ ਕਿਹਨੂੰ ਹੁੰਦਾ ਚਾਅ ਬਈ, ਲੱਡੂ ਖੁਸ਼ੀਆਂ ਦੇ ਦਿਲ ਵਿੱਚ ਫੁੱਟਦੇ, ਪੈਰ ਮੱਲੋ ਮੱਲੀ ਨੱਚਣੇ ਨੂੰ ਉੱਠਦੇ, ਮੱਲੋ ਮੱਲੀ ਨੱਚਣੇ ਨੂੰ ਉੱਠਦੇ, ਜਾਂਦੀ ਖੁਸ਼ੀ ਨਾਲ ਸੰਭਾਲੀ ਤੂੜਾ ਪੱਟਦਾ ਫਿਰੇ, ਉਹ ਮੁੰਡਾ ਆਪਣੇ ਆਪਣੇ ਵਿਆਹ ਦੇ। ਇਹ ਗੀਤ ਬਰਾੜ ਸਾਹਿਬ ਤੁਸੀਂ ਬਲਕਾਰ ਸਿੱਧੂ ਦੇ ਕਹਿਣ ਤੇ ਲਿਖਿਆ, ਉਹਨੂੰ ਲੋੜ ਸੀ ਇਸ ਤਰ੍ਹਾਂ ਦੇ ਗੀਤ ਦੀ ਵਿਆਹ ਵਾਲੇ ਦੀ, ਜਾਂ ਕਿਵੇਂ ਲਿਖਿਆ ਗਿਆ ਜੀ? ਜਿਸ ਤਰ੍ਹਾਂ ਅੱਜ ਮੇਰੇ ਯਾਰ ਕੀ ਸ਼ਾਦੀ ਆ, ਅਸੀਂ ਹਿੰਦੀ ਗੀਤ ਸੁਣਿਆ ਕਰਦੇ ਸੀ, ਤਾਂ ਮੇਰੇ ਇੱਕ ਜ਼ਿਹਨ 'ਚ ਗੱਲ ਹੁੰਦੀ ਸੀ ਵੀ ਇਹ ਤਾਂ ਇੱਕ ਹਿੰਦੀ ਫਿਲਮ ਦਾ ਸੌਂਗ ਆ ਜਿਹਨੂੰ ਹਿੰਦੂ
ਮਤਲਬ ਕਮਿਊਨਿਟੀ ਜ਼ਿਆਦਾ ਲਾਈਕ ਕਰਦੀ ਹੈ ਜਾਂ ਪੜ੍ਹੇ ਲਿਖੇ ਲੋਕਾਂ ਦਾ ਸੌਂਗ ਹੈ, ਕੁਝ ਇਦਾਂ ਦਾ ਗੀਤ ਵੀ ਹੋਵੇ ਜਿਹਨੂੰ ਸਾਡਾ ਪਿੰਡੂ ਪਿਛੋਕੜ ਵੀ ਲੋਕ ਜਿਹੜੇ ਆਪਣੇ ਵਿਆਹਾਂ 'ਚ ਉਹਨੂੰ ਇੰਜੋਏ ਕਰਨ ਗੀਤ ਤੇ, ਜਿਸ ਦੇ ਵਿੱਚ ਸਾਰੇ ਰਿਸ਼ਤੇਦਾਰਾਂ ਦੇ ਨਾਮ ਵੀ ਹੋਣ ਔਰ ਉਹਨਾਂ ਦੀ ਕੀ ਹਾਵ ਭਾਵ ਹੁੰਦਾ ਵਿਆਹ ਦੇ ਵਿੱਚ, ਜਿਸ ਤਰ੍ਹਾਂ ਇੱਕ ਜੀਜੇ ਦਾ, ਇੱਕ ਫੁੱਫੜ ਦਾ ਜਾਂ ਮਾਮੇ ਮਾਸੜੀ, ਉਹਨਾਂ ਦਾ ਵੀ ਮੈਂ ਚਾਹੁੰਦਾ ਸੀ ਕੁਝ ਲਿਖਿਆ ਜਾਵੇ। ਪਰ ਇਹ ਗੱਲ ਮੇਰੇ ਜ਼ਿਹਨ 'ਚ ਘੁੰਮ ਰਹੀ ਸੀ। ਇੱਕ ਵਾਰ ਮੈਂ ਮੁਹਾਲੀ ਸਾਈਡ ਕਿਸੇ ਵਿਆਹ 'ਚ ਗਿਆ ਤਾਂ ਉੱਥੇ ਮੈਂ ਸਭ ਕੁਝ ਦੇਖ ਰਿਹਾ। ਇੱਕ ਲੜਕਾ ਲਾੜਾ ਜੋ ਸੀਗਾ ਬਹੁਤ ਹੀ ਆਪਣੇ ਮੈਰਿਜ ਨੂੰ ਇੰਜੋਏ ਕਰ ਰਿਹਾ ਸੀ, ਬੜਾ ਨੱਚ ਰਿਹਾ ਸੀ ਵਿਆਹ 'ਚ, ਵਾਕਈ ਵੀ ਵਿਆਹ ਖੁਸ਼ੀ ਉਹਦੀ ਮੰਨ ਰਿਹਾ ਸੀ। ਤਾਂ ਮੇਰੇ ਇੱਕ ਜ਼ਿਹਨ 'ਚ ਗੀਤ ਆਇਆ ਵੀ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚੀ ਜਾਂਦਾ ਹੈ। ਮੈਂ ਕੁਛ ਏਦਾਂ ਦੀ ਮੇਰੇ ਦਿਮਾਗ 'ਚ ਗੱਲ ਆਈ ਤਾਂ ਬਲਕਾਰ ਜੀ ਦਾ ਸਿੱਧੂ ਸਾਹਿਬ ਦਾ ਇੱਕ ਰਿਕਾਰਡਿੰਗ ਹੋਈ ਸੀ ਟੀ ਸੀਰੀਜ਼ ਦੇ ਵਿੱਚ। ਪੂਰੇ ਦੇ ਪੂਰੇ 8 ਦੇ 8 ਸੌਂਗ ਉਹਨੇ ਰਿਕਾਰਡ ਕਰ ਲਏ ਸੀ। ਪਰ ਦਰਸ਼ਨ ਜੀ ਜੋ ਕੰਪਨੀ ਦੇ ਮਾਲਕ ਨੇ, ਓਨਰ ਨੇ, ਉਹ ਕਹਿੰਦੇ ਬਲਕਾਰ ਕੁਛ ਏਦਾਂ ਦਾ ਇੱਕ ਵਿਆਹ ਦਾ ਗੀਤ ਪਾਓ ਜਿਹਦੇ ਵਿੱਚ। ਤੇ ਬਲਕਾਰ ਜੀ ਕਹਿੰਦੇ ਵੀ ਮੈਂ ਅਲਬੇਲ ਬਰਾੜ ਜੀ ਨਾਲ ਕਰਦਾ ਹਾਂ ਵੀ ਉਹ ਇਸ ਗੀਤ ਨੂੰ ਵਧੀਆ ਨਿਭਾ ਸਕਦੇ ਜੋ ਉਹਨਾਂ ਦੀ ਵਰਡਿੰਗ ਸੀ। ਉਹ ਮੇਰੇ ਕੋਲ ਆਏ ਸੀ, ਦੋਨਾਂ ਭਰਾਵਾਂ ਡਿਸਕਸ ਕੀਤਾ, ਉਹਨੂੰ ਮੈਂ ਸਾਰੀ ਹਿਸਟਰੀ ਦੱਸੀ। ਉੱਥੇ ਬਹਿ ਕੇ ਫਿਰ ਕੰਪੋਜੀਸ਼ਨ ਬਣਾਈ। ਹੱਸਦਾ ਫਿਰੇ ਤੇ ਕੋਈ ਨੱਚਦਾ ਫਿਰੇ, ਉਹ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ। ਔਰ ਮੈਂ ਸਦਕੇ ਜਾਵਾਂ ਸਾਰੇ ਰੱਬ ਰੂਪ ਸਰੋਤਿਆਂ ਦਾ, 2000 ਦੇ ਵਿੱਚ 2002 'ਚ ਗੀਤ ਰਿਲੀਜ਼ ਹੋਇਆ ਸੀਗਾ। ਅੱਜ ਪੂਰੇ 20 ਸਾਲ ਹੋ ਗਏ। ਅੱਜ ਜਿਉਂ ਦੀ ਤਿਉਂ ਆਪਣੇ ਪੰਜਾਬੀ ਕੀ ਆਲ ਇੰਡੀਆ ਆਲ ਵਰਲਡ ਦੇ ਵਿੱਚ ਜਿੱਥੇ ਆਪਣੇ ਪੰਜਾਬੀ ਵਸਦੇ ਨੇ ਜਾਂ ਕੁਝ ਹੋਰ ਲੋਕ ਵੀ ਨੇ, ਉਹ ਇਸ ਗੀਤ ਤੇ ਹਰੇਕ ਵਿਆਹ ਦੇ ਵਿੱਚ ਪੂਰਾ ਇੰਜੋਏ ਕਰਦੇ ਨੇ। ਹਾਂਜੀ ਬਿਲਕੁਲ ਥਿਰਕਦੇ ਨੇ। ਔਰ ਬਰਾੜ ਸਾਹਿਬ ਇਹ ਕਿਸੇ ਕਲਮ ਦੇ ਹਿੱਸੇ ਇਸ ਤਰ੍ਹਾਂ ਦਾ ਹਰਫ ਆਉਂਦਾ ਨਹੀਂ ਤਾਂ ਸਮੇਂ ਦੀ ਧੂੜ 'ਚ 2-4 ਸਾਲਾਂ ਬਾਅਦ ਗੀਤ ਅਲੋਪ ਹੋ ਜਾਂਦੇ ਨੇ, ਭਾਲੇ ਨਹੀਂ ਥਿਆਉਂਦੇ। ਇਹ ਸ਼ਰਫ ਤੁਹਾਨੂੰ ਮਿਲ ਰਿਹਾ, ਮਾਨ ਸਨਮਾਨ। ਤੁਸੀਂ ਇਸ ਤਰ੍ਹਾਂ ਦਾ ਫਿਰ ਲਿਖਣ ਵੇਲੇ ਧਿਆਨ ਰੱਖਦੇ ਹੋ? ਸਦਾਬਹਾਰ ਗੀਤਾਂ ਦੇ ਰਚੇਤੇ ਵਜੋਂ ਤੁਹਾਨੂੰ ਜਾਣਿਆ ਜਾਂਦਾ ਹੈ। ਹੋਰ ਆਪਣੇ ਗੀਤਾਂ ਬਾਰੇ ਦੱਸੋ, ਕਿੰਨੇ ਗੀਤ ਹੁਣ ਤੱਕ ਲਿਖ ਚੁੱਕੇ ਹੋ ਤੇ ਕਿਹੜੇ ਕਲਾਕਾਰਾਂ ਨੂੰ ਤੁਸੀਂ ਆਪਣੀ ਕਲਮ ਦਾ ਜਾਦੂ ਦਿਖਾ ਚੁੱਕੇ ਹੋ? ਹਾਂ, ਗੀਤ ਮੈਂ ਤਕਰੀਬਨ 2600 ਦੇ ਕਰੀਬ ਮੇਰਾ ਗੀਤ 2600 ਮਤਲਬ ਜੋ ਮੇਰੇ ਐਜ ਪਰ ਰਿਕਾਰਡ ਹੈ ਮੇਰੇ ਕੋਲ ਇਸ ਚੀਜ਼ ਦਾ। ਸਾਰੇ ਗੀਤ ਮੇਰੇ ਵੱਖ-ਵੱਖ ਡਾਇਰੀਆਂ ਤੇ ਮਤਲਬ ਮੈਂ ਲਿਖੇ ਹੋਏ ਨੇ। ਔਰ ਜੇ ਆਪਾਂ ਗੱਲ ਕਰੀਏ ਇਹਨਾਂ ਚੋਂ ਰਿਕਾਰਡ ਮੇਰੇ ਇਸ ਟਾਈਮ ਜੋ ਰਿਕਾਰਡ ਮੇਰੇ ਹੁਣ ਪਿੱਛੇ ਵੀ ਚੱਲ ਰਹੀਆਂ, ਮੈਂ ਜ਼ਿਕਰ ਵੀ ਕਰਾਂਗੇ ਆਪਾਂ, ਤੇ 600 ਦੇ ਕਰੀਬ ਜੇ ਮੈਂ ਗੱਲ ਕਰਾਂ ਤਾਂ 580-85 ਗੀਤ ਮੇਰੇ ਰਿਕਾਰਡ ਹੋ ਚੁੱਕੇ ਨੇ, ਜਿਹਨਾਂ ਚ ਕੁਝ ਰਿਲੀਜ਼ ਹੋਣ ਵਾਲੇ ਵੀ ਨੇ। ਔਰ 100 ਕਲਾਕਾਰਾਂ ਨੇ, ਚੋਟੀ ਦੇ ਕਲਾਕਾਰਾਂ ਨੇ ਮੇਰੇ ਗੀਤਾਂ ਨੂੰ ਆਵਾਜ਼ ਦਿੱਤੀ ਹੈ, ਸਰੋਤੇ ਜਾਣਦੇ ਨੇ। YouTube ਤੇ ਸਾਰਾ ਰਿਕਾਰਡ ਦੇਖ ਵੀ ਸਕਦੇ ਹੋ। ਇਹ ਹੈ ਜੀ ਮੇਰੀ ਆਪਣੀ ਵਿਸ਼ਾ, ਮੇਰੀ ਗੀਤਕਾਰੀ। ਜਦੋਂ ਤੁਹਾਡੀ ਮਾਨਕ ਤਾਂ ਫਕਰ ਬੰਦਾ ਸੀ ਜੀ। ਮਾਨਕ ਨੇ ਤਾਂ ਤੁਹਾਡੀ ਆਪਸੀ ਜਿਹੜੀ ਯਾਰੀ ਦੋਸਤੀ ਸੀ ਉਹਦੇ 'ਚ ਤਾਂ ਕੋਈ ਇਹ ਨਹੀਂ ਵੀ ਗੀਤਕਾਰ ਨੂੰ ਕੀ ਮਿਲ ਰਿਹਾ ਤੇ ਗਾਇਕ ਉਹਦੇ ਤੋਂ ਕੀ ਖੱਟ ਰਿਹਾ ਹੈ। ਪਰ ਹੁਣ ਸਾਰਾ ਕੁਝ ਕਿਉਂਕਿ ਜਦੋਂ ਦੀਆਂ ਮਿਊਜ਼ਿਕ ਕੰਪਨੀਆਂ ਖੜੀਆਂ ਹੋ ਗਈਆਂ ਤੇ ਮਿਊਜ਼ਿਕ ਇੰਡਸਟਰੀ ਬਣ ਗਈ, ਇਹ ਪਹਿਲਾਂ ਵਾਂਗ ਸਿਰਫ ਮਨੋਰੰਜਨ ਤੱਕ ਸੀਮਤ ਨਹੀਂ ਰਹਿ ਗਈ। ਗੀਤਾਂ ਦਾ ਫਿਰ ਤੁਹਾਨੂੰ ਕੋਈ ਰਾਇਲਟੀ ਵਗੈਰਾ ਦਾ ਕਿਸੇ ਰੂਪ 'ਚ ਆਮਦਨ ਕਦੋਂ ਕੁ ਹੋਣ ਲੱਗੀ ਤੇ ਕਿੰਨੀ ਕੁ ਹੋਣ ਲੱਗੀ, ਜੇ ਦੱਸਣਾ ਚਾਹੋ ਤਾਂ? ਮੇਰਾ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਵੀ ਉੱਚੇ ਪਿੱਲਰ ਨੂੰ ਹੱਥ ਪੈ ਜਾਣਾ ਗਾਇਕੀ ਦੇ ਥੰਮ ਸ਼੍ਰੀ ਕੁਲਦੀਪ ਮਾਣਕ ਜੀ ਨਾਲ ਮੇਰਾ ਜੋ ਵਾਹ ਵਾਸਤਾ ਪਿਆ। ਉਹਨਾਂ ਦੇ ਗੀਤ ਜਿਸ ਤਰ੍ਹਾਂ ਗਾਏ ਔਰ ਗੀਤ ਹਿੱਟ ਹੋਏ, ਮੇਰੀ ਇੱਕ ਪਹਿਚਾਣ ਬਣਾਈ ਉਹਨਾਂ ਨੇ, ਸ਼੍ਰੀ ਕੁਲਦੀਪ ਮਾਣਕ ਜੀ ਨੇ। ਸ਼੍ਰੀ ਕੁਲਦੀਪ ਮਾਣਕ ਜੀ ਦੇ ਖੁਸ਼ ਹੋ ਕੇ ਪਹਿਲਾ ਗੀਤ ਜੀ ਆਪਾਂ ਜੋ ਜ਼ਿਕਰ ਕੀਤਾ ਤਾਂ ਮਾਣਕ ਸਾਹਿਬ ਮੈਨੂੰ ਕਹਿੰਦੇ ਅਲਬੇਲ ਸੁੱਚੇ ਸੂਰਮੇ ਦੇ ਗੀਤ 'ਚ ਇੱਕ ਲਾਸਟ ਲੈਣ ਹੈ, ਦਿਉਣ ਵਾਲਾ ਅਲਬੇਲਾ ਵਾਹ ਕੇ ਕਲਮਾਂ ਹੋਏ ਲਿਖ ਗਿਆ ਸ਼ੇਰੀ ਨੂੰ। ਕਹਿੰਦਾ ਯਾਰ ਕਿੰਨੀ ਸੋਹਣੀ ਗੱਲ ਲਿਖੀ ਹੈ ਤੇ ਆਹ ਲੈ ਮੈਂ ਤੈਨੂੰ 500 ਰੁਪਏ ਉਹਨਾਂ ਨੇ ਮੈਨੂੰ ਇਹ ਕਵਾਂ ਰਿਆਇਤੀ ਕਵਾਂ ਪਰ ਮੈਂ ਕਵਾਂ ਉਹਨਾਂ ਨੇ ਮੈਨੂੰ ਇੱਕ ਇਨਾਮ ਥਾਪਨਾ ਦਿੱਤੀ ਤੇ ਮੈਂ ਲਵਾਂ ਨਾ। ਮਾਨਕ ਸਾਹਿਬ ਕਹਿੰਦੇ ਬਹੁਤ ਅੱਛਾ ਗੀਤ ਲਿਖਿਆ, ਤੁਸੀਂ ਇਹ ਰੱਖੋ। ਤਾਂ ਉਸ ਤੋਂ ਬਾਅਦ ਜੋ ਚੱਲ ਸੋ ਚੱਲ ਮੇਰੇ ਬਹੁਤ ਕਲਾਕਾਰਾਂ ਨੇ ਹੋਰ ਵੀ ਗੀਤ ਗਾਏ। ਮਾਨਕ ਸਾਹਿਬ ਵੀ ਮੈਨੂੰ ਆਮ ਜਦੋਂ ਰਿਕਾਰਡਿੰਗ ਤੇ ਅਸੀਂ ਜਾਣਾ ਤੇ ਮੈਨੂੰ ਵਧੀਆ ਵਜਾਨਾ ਜੋ 500 ਤੋਂ ਸਟਾਰਟ ਹੋਇਆ, 1000, 2000, 10,000, 20,000, 50,000 ਤੱਕ ਵੀ ਪਹੁੰਚਿਆ। ਤਾਂ ਵਧੀਆ ਵਜਾਨਾ ਮੈਨੂੰ ਅੱਜ ਤੱਕ ਵੀ ਜੋ ਕੰਪਨੀਆਂ ਨੇ ਜਾਂ ਕਲਾਕਾਰ ਨੇ ਜੋ ਵੀ ਮੇਰੇ ਨਾਲ ਰਾਬਤਾ ਕਰਦਾ ਗੀਤਾਂ ਬਾਰੇ ਉਹ ਮੈਨੂੰ ਦੇ ਰਹੇ ਨੇ। ਔਰ ਮੈਂ ਸੰਤੁਸ਼ਟ ਹਾਂ, ਮੈਨੂੰ ਵਧੀਆ ਇਸ ਦੀ ਮਤਲਬ ਮੈਨੂੰ ਇਹ ਮਿਲ ਰਿਹਾ, ਇਸ ਮੇਰਾ ਹੌਸਲਾ ਵੀ ਵੱਧ ਰਿਹਾ।